ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਇਕ ਮਨ ਪੁਰਖ ਧਿਆਏ ਵਰਦਾਤਾ ਸੰਤ ਸਹਾਰ ਸਦਾ ਵਿਖਿਆਤਾ ਤਾਸ ਚਰਨ ਲੈ ਹਿਰਦੈ ਬਸਾਵੋ ਤੋ ਪਰਮ ਗੁਰੂ ਨਾਨਕ ਗੁਣ ਗਾਵੋ ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਣ ਸ਼ਬਦ ਸਰੇ ਗਾਵਹਿ ਗੰਭੀਰ ਧੀਰ ਮਤ ਸਾਗਰ ਯੋਗੀ ਜੰਗਮ ਧਿਆਨ ਧਰੇ ਗਾਵਹਿ ਇੰਦਰਾਦ ਭਗਤ ਪ੍ਰਹਿਲਾਦਿਕ ਆਤਮ ਰਸ ਜਿਨ ਜਾਣਿਓ ਕਬ ਕਲ ਸੋ ਜਸ ਗਾਵੋ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ ਹਮ ਅਵਗਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਮਾਇਆ ਮੋਹ ਪਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤਲ ਇਕ ਉਤਮ ਪੰਥ ਸੁਨਿਓ ਗੁਰ ਸੰਗਤ ਤੇਹ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਖਸਮ ਦੀ ਨੂਰ ਅਰਸੋ ਕੁਰਸੋ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਾਹੰਦ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੂਜਰੀ ਮਹੱਲਾ ਪਹਿਲਾ ਕਵਨ ਕਵਨ ਜਾਚਹਿ ਪ੍ਰਭ ਦਾਤੇ ਤਾਂ ਕੇ ਅੰਤ ਨ ਪਰਹਿ ਸੁਮਾਰ ਜੈਸੀ ਭੂਖ ਹੋਏ ਅਬ ਅੰਤਰ ਤੂੰ ਸਮਰੱਥ ਸੱਚ ਦੇਵਨਹਾਰ ਕਵਨ ਕਵਨ ਜਾਚਹਿ ਪ੍ਰਭ ਦਾਤੇ
ताके अंत न परहै सुमार। जैसी भूख होए अब अंतर, तू समरथ सच देवनहार। ऐ जी जप तप संजम सच आधार। हर हर नाम देह सुख पाईਐ, तेरी भगत भरे भंडार। रहाउ सुन समाद रहे लिब लागे, एका एकी शब्द विचार। जल थल धरन गगन तह नाही, आपे आप किया करतार। ना तद माया मगन न छाया, ना सूरज चंद ना जोत अपार। सर्व दृष्ट लोचन अब अंतर, एका नदर सो त्रिभुवन सार। पवन पानी अगन तिन किया, ब्रह्मा विष्णु महेश आकार। सर्वे जाचक तू प्रभ दाता, दात करे अपने विचार। कोट 33 जाचह प्रभ नायक, देंदे तोट नाही भंडार। ऊंदै भांडै कछ न समावै, सीधै अमृत परੈ निहार। सिद्ध समाधि अंतर जाचै, रिद सिद्ध जाच करह जयकार। जैसी प्यास होए मन अंतर, तैसो जल देवह परकार। बड़े भाग गुर सेवह अपना, भेद नाही गुरदेव मुरार। ताको काल नाही जम जो है, बूझह अंतर शब्द विचार। अब तब अबर ना मांगो हर पह, नाम निरंजन दीजै प्यार। नानक चात्रिक अमृत जल मांगै, हर जस दीजै कृपा धार। अब तब अबर न मांगो हर पह, नाम निरंजन दीजै प्यार। नानक चात्रिक अमृत जल मांगै, हर जस दीजै कृपा धार। वाहिगुरु जी का खालसा, वाहिगुरु जी की फतेह। परम सन्मानयोग जुगो जुग अटल, चबर छतर तख दे मालक, बाणी के बोहित
ਜਾਹਰਾ ਜਹੂਰ ਹਾਜ਼ਰਾ ਹਜੂਰ, ਸਰਬ ਕਲਾ ਸਮਰੱਥ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਵਡਭਾਗੇ ਹੋ ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ, ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਧਰਤੀ, ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਹਫ਼ਤਾਵਾਰੀ ਐਤਵਾਰ ਦੇ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਾਹਿਬਾਂ ਦੇ ਪਾਵਨ ਦਰਬਾਰ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨਾਂ ਵਿੱਚ ਪੰਜਾਂ ਬਾਣੀਆਂ ਦਾ ਨਿਤਨੇਮ, ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ, ਸ਼ਬਦ ਕੀਰਤਨ, ਸ੍ਰੀ ਆਨੰਦ ਸਾਹਿਬ ਜੀ ਦੀਆਂ 6 ਪੌੜੀਆਂ ਆਪ ਜੀ ਨੇ ਸ਼ਰਵਣ ਕੀਤੀਆਂ ਹਨ। ਸੋ ਆਓ ਗੁਰੂ ਸਵਾਰਿਓ, ਜੋ ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਵਾਨ ਹੋ ਕੇ ਸਾਨੂੰ ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ, ਪਾਵਨ ਹੁਕਮਨਾਮਾ ਸਾਹਿਬ ਜੋ ਆਪ ਜੀ ਨੇ ਹੁਣੇ ਹੀ ਸ਼ਰਵਣ ਕੀਤਾ ਹੈ, ਪਾਵਨ ਸ਼ਬਦ ਦੀ ਆਪਾਂ ਨੇ ਵਿਚਾਰ ਸ਼ਰਵਣ ਕਰਨੀ ਹੈ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ ਅਤੇ ਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ ਅਤੇ ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੂਜਰੀ ਮਹੱਲਾ ਪਹਿਲਾ। ਕਵਨ ਕਵਨ ਜਾਚਹਿ ਪ੍ਰਭ ਦਾਤੇ, ਤਾਕੇ ਅੰਤ ਨ ਪਰਹਿ ਸੁਮਾਰ। ਜੈਸੀ ਭੂਖ ਹੋਏ ਅਬ ਅੰਤਰ, ਤੂੰ ਸਮਰੱਥ ਸੱਚ ਦੇਵਨਹਾਰ। ਗੂਜਰੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਡੇ ਉੱਤੇ ਬਖਸ਼ਿਸ਼ ਕਰ ਰਹੇ ਹਨ। ਅਸ਼ਟਪਦੀ ਸਰਲੇਖ ਦੇ ਵਿੱਚ ਸਤਿਗੁਰੂ ਜੀ ਦਾ ਇਹ ਦੂਸਰਾ ਸ਼ਬਦ ਉਚਾਰਨ ਕੀਤਾ ਹੋਇਆ ਹੈ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਕ 503 ਤੋਂ ਇਹ ਸ਼ਬਦ ਪ੍ਰਾਰੰਭ ਹੁੰਦਾ ਹੈ ਅਤੇ 504 ਤੇ ਜਾ ਕੇ ਇਸ ਪਾਵਨ ਸ਼ਬਦ ਦੀ ਸਮਾਪਤੀ ਹੈ। ਇਸ ਪਾਵਨ ਸ਼ਬਦ ਦੇ ਵਿੱਚ ਜਿੱਥੇ ਪਹਿਲੀਆਂ 2 ਪੰਕਤੀਆਂ ਦੇ ਵਿੱਚ ਗੁਰੂ ਸਾਹਿਬਾਨ ਜੀ ਉਸ ਪਰਮੇਸ਼ਰ ਨੂੰ ਸਰਵੱਗ ਦੱਸ ਕੇ ਇਹ ਦੱਸ ਰਹੇ ਨੇ ਕਿ ਪਰਮਾਤਮਾ ਤੇਰੇ ਦਰ ਤੋਂ ਅਨੇਕਾਂ ਹੀ ਜਿੰਨੇ ਵੀ ਜੀਵ ਹਨ ਉਹ ਸਾਰੇ ਮੰਗਦੇ ਨੇ, ਤੂੰ ਸਾਰਿਆਂ ਨੂੰ ਦਾਤਾਂ ਦੇਈ ਜਾ ਰਿਹਾ ਹੈ, ਤੇਰੇ ਦਰ ਤੋਂ ਕੋਈ ਖਾਲੀ ਨਹੀਂ ਗਿਆ। ਜਿਹੋ ਜੇ ਕਿਸੇ ਦੀ ਮਨ ਦੀ ਭੁੱਖ ਹੁੰਦੀ ਹੈ ਉਹਦੇ ਮੁਤਾਬਕ ਪਾਤਸ਼ਾਹ ਜੀ ਆਪ ਜੀ ਜੀਵਾਂ ਦੀਆਂ ਲੋੜਾਂ ਪੂਰੀਆਂ ਕਰਦੇ ਹਨ। ਅਤੇ ਉਸ ਤੋਂ ਅੱਗੇ ਫਿਰ ਸਤਿਗੁਰੂ ਜੀ ਨੇ ਪਾਵਨ ਸ਼ਬਦ ਵਿੱਚ ਇਹ ਸਮਝਾਇਆ ਕਿ ਜਦੋਂ ਧਰਤੀ ਨਹੀਂ ਸੀ, ਆਕਾਸ਼ ਨਹੀਂ ਸੀ,
ਜਦੋਂ ਅਰਬਦ ਨਰਬਦ ਧੰਦੂਕਾਰਾ ਸੀ, ਉਦੋਂ ਪਰਮੇਸ਼ਰ ਵਾਹਿਗੁਰੂ ਆਪ ਸੀ। ਉਸ ਵਾਹਿਗੁਰੂ ਨੇ ਜਦੋਂ ਫਿਰ ਇਹ ਮਨ 'ਚ ਵਿਚਾਰ ਕੀਤੀ ਕਿ ਮੈਂ ਇੱਕ ਤੋਂ ਬਹੁਤੇ ਰੂਪ ਹੋਵਾਂ, ਇੱਕ ਤੋਂ ਬਹੁਤੇ ਰੂਪ ਹੋਣ ਦੇ ਲਈ ਪਰਿਪੂਰਨ ਪਰਮਾਤਮਾ ਨੇ ਫਿਰ ਆਪਣੀ ਮਾਇਆ ਆਪ ਪਸਾਰੀ। ਉਸੇ ਹੀ ਮਾਇਆ ਦੇ ਸੰਕਲਪ ਤੋਂ ਅੱਗੇ 5 ਤੱਤ ਪੈਦਾ ਕੀਤੇ। 5 ਤੱਤਾਂ ਤੋਂ ਫਿਰ ਬ੍ਰਹਮਾ ਵਿਸ਼ਨ ਮਹੇਸ਼ ਇਤਿਆਦਿਕ ਬਣਾਏ। ਫਿਰ ਇਹਨਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਕਿ ਭਾਈ ਆ ਕਾਰਜ ਇਹ ਕੰਮ ਤੁਸਾਂ ਨੇ ਕਰਨੇ ਹਨ। ਸੋ ਸਤਿਗੁਰੂ ਮਹਾਰਾਜ ਆਰੰਭਤਾ ਵਿੱਚ ਵਚਨ ਕਰਦੇ ਨੇ, ਕਹਿੰਦੇ ਨੇ ਰਹਾਉ ਵਾਲੀ ਪੰਕਤੀ 'ਚ ਪਾਤਸ਼ਾਹ ਦਾ ਫਰਮਾਨ, ਕਹਿੰਦੇ ਐ ਜੀ ਜਪ ਤਪ ਸੰਜਮ ਸੱਚ ਆਧਾਰ, ਹਰ ਹਰ ਨਾਮ ਦੇ ਸੁਖ ਪਾਈਐ, ਤੇਰੀ ਭਗਤ ਭਰੇ ਭੰਡਾਰ। ਐ ਜੀਵ ਪਰਮੇਸ਼ਰ ਦੇ ਦਰ 'ਤੇ, ਜਿਹੜਾ ਪਰਮੇਸ਼ਰ ਨੂੰ ਪ੍ਰਾਪਤ ਕਰਨ ਦੇ ਲਈ ਜੀਵ ਅਨੇਕਾਂ ਪ੍ਰਕਾਰ ਦੇ ਕੋਈ ਜਪ ਰੱਖਦਾ, ਕੋਈ ਤਪ ਰੱਖਦਾ, ਕੋਈ ਸੰਜਮ ਇਤਿਆਦਿ ਕਰਦਾ, ਬ੍ਰਤ ਇਤਿਆਦਿ ਰੱਖਦਾ ਹੈ। ਸਤਿਗੁਰੂ ਕਹਿੰਦੇ ਨੇ ਜਿਹੜਾ ਸੱਚੇ ਪਰਮੇਸ਼ਰ ਦੇ ਨਾਮ ਦਾ ਆਧਾਰ ਆਸਰਾ ਲੈਣਾ ਨਾ, ਵਾਹਿਗੁਰੂ ਦੇ ਨਾਮ ਦਾ ਆਸਰਾ ਲੈਣਾ, ਕਹਿੰਦੇ ਅਸਲ ਵਿੱਚ ਗੁਰਸਿੱਖ ਲਈ, ਪ੍ਰਭੂ ਦੇ ਪਿਆਰੇ ਲਈ ਇਹੀ ਜਪ ਹੈ, ਇਹੀ ਤਪ ਹੈ, ਇਹੀ ਸੰਜਮ ਇਤਿਆਦਿਕ ਹੈ। ਕਿਉਂਕਿ ਪ੍ਰਭੂ ਦੇ ਪਿਆਰਿਆਂ ਦਾ ਨਾਮ ਹੀ ਇੱਕ ਆਧਾਰ ਆਸਰਾ ਹੁੰਦਾ ਹੈ। ਜਿਵੇਂ ਆਪਾਂ ਆਨੰਦ ਸਾਹਿਬ ਦੀ ਪਾਵਨ ਬਾਣੀ ਵਿੱਚ ਪਾਤਸ਼ਾਹ ਦੇ ਬਚਨ ਪੜ੍ਹੇ ਨੇ ਕਿ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੂਜਾਈਆਂ, ਸਦਾ ਕੁਰਬਾਨ ਕੀਤਾ ਗੁਰ ਬਿਟ ਹੋਂ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਇਸ ਪ੍ਰਕਾਰ ਗੁਰੂ ਸਵਾਰਿਓ, ਪ੍ਰਭੂ ਦੇ ਪਿਆਰਿਆਂ ਦਾ ਨਾਮ ਹੀ ਇੱਕ ਆਧਾਰ ਆਸਰਾ ਹੁੰਦਾ ਹੈ। ਉਹ ਪਰਮੇਸ਼ਰ ਦੇ ਨਾਮ ਨਾਲ ਹੀ ਜੁੜੇ ਰਹਿੰਦੇ ਹਨ। ਅਤੇ ਸਤਿਗੁਰੂ ਕਹਿੰਦੇ ਨੇ ਹਰ ਹਰ ਨਾਮ ਦੇ ਸੁਖ ਪਾਈਐ। ਹੇ ਪ੍ਰਭੂ, ਤੇਰੇ ਦਰ 'ਤੇ ਕੋਈ ਆ ਕੇ ਦੁੱਧ ਮੰਗਦਾ, ਕੋਈ ਪੁੱਤ ਮੰਗਦਾ, ਕੋਈ ਕਾਰੋਬਾਰ ਮੰਗਦਾ, ਕੋਈ ਤੰਦਰੁਸਤੀ ਮੰਗਦਾ, ਕੋਈ ਕੁਝ ਮੰਗਦਾ। ਮਨੁੱਖ ਦੀ ਆਦਤ ਹੈ ਕਿ ਮਨੁੱਖ ਨੇ ਮੰਗੀ ਜਾਣਾ, ਪਰ ਸਤਿਗੁਰੂ ਕਹਿੰਦੇ ਨੇ ਜਿਹੜੀ ਮੰਗਣ ਵਾਲੀ ਦਾਤ ਹੈ ਭਾਈ, ਉਹ ਮੰਗਣਾ ਕਰ। ਉਹ ਕਿਹੜੀ ਦਾਤ ਹੈ? ਹਰ ਹਰ ਨਾਮ ਦੇ ਸੁਖ ਪਾਈਐ। ਇਹ ਹਰੀ, ਜਿਹੜਾ ਤੇਰਾ ਨਾਮ ਹਰੇ ਭਰੇ ਕਰਨ ਵਾਲਾ, ਤੇਰਾ ਨਾਮ ਹਰੇਕ ਦੁੱਖ ਨੂੰ ਹਰਨ ਵਾਲਾ ਹੈ, ਸਾਨੂੰ ਆਪਣੇ ਦਰੋਂ ਉਹ ਆਪਣਾ ਨਾਮ ਦੇਣਾ ਕਰ। ਜਿਸ ਨਾਮ ਨੂੰ ਪ੍ਰਾਪਤ ਕਰਕੇ ਸੁੱਖ ਪਾਈਐ, ਅਸੀਂ ਸੁੱਖ ਪ੍ਰਾਪਤ ਕਰ ਸਕੀਏ, ਕਿਉਂਕਿ ਤੇਰੀ ਭਗਤ ਭਰੇ ਭੰਡਾਰ। ਜਦੋਂ ਪਰਮੇਸ਼ਰ ਦਾਤਾਂ ਦਿੰਦਾ ਏ ਤੇ ਦਾਤਾਂ ਦੇਣ ਵੇਲਿਆਂ ਪਰਮੇਸ਼ਰ ਦੀਆਂ ਜਿਹੜੀਆਂ ਦਾਤਾਂ ਨੇ ਮੁੱਕਦੀਆਂ ਨਹੀਂ ਹਨ। ਆਮ ਤੌਰ 'ਤੇ ਇੱਕ ਰਾਜਾ, ਇੱਕ ਸ਼ਾਹੂਕਾਰ, ਇੱਕ ਚੱਕਰਵਰਤੀ ਬਾਦਸ਼ਾਹ ਦਾਤਾਂ ਵੰਡਣ ਲੱਗ ਪਵੇ ਨਾ, ਆਪਣਾ ਖਜ਼ਾਨਾ ਖੋਲ੍ਹ ਦੇਵੇ, ਵੰਡਣਾ ਸ਼ੁਰੂ ਕਰ ਦੇਵੇ, ਉਹ 1 ਸਾਲ 2 ਸਾਲ ਵੰਡ ਦੇਵੇਗਾ, ਫਿਰ ਗੁਰੂ ਸਵਾਰੇ ਹੌਲੀ ਹੌਲੀ ਦੇ ਸਾਰੇ ਖਜ਼ਾਨੇ ਜਿਹੜੇ ਖਤਮ ਹੋ ਜਾਣਗੇ। ਪਰ ਪਰਮਾਤਮਾ ਐਡਾ ਵੱਡਾ ਦਾਤਾ ਹੈ ਕਿ ਪਰਿਪੂਰਨ ਪਰਮਾਤਮਾ ਦੇ ਭੰਡਾਰੇ ਭਰੇ ਹੋਏ ਨੇ, ਉਹ ਦੇਈ ਜਾ ਰਿਹਾ ਹੈ ਅਤੇ ਸਾਡੀਆਂ ਉਹ ਲੋੜਾਂ ਪੂਰੀਆਂ ਕਰ ਰਿਹਾ ਹੈ। ਅਤੇ ਉਸ ਮਾਲਕ ਦੇ ਦਰ ਦੇ ਭੰਡਾਰੇ ਕਦੇ ਖਾਲੀ ਨਹੀਂ ਹੁੰਦੇ ਹਨ। ਜਿਵੇਂ ਆਪਾਂ ਸਤਿਗੁਰੂ ਮਹਾਰਾਜ ਦੇ ਬਚਨ ਪੜ੍ਹਦੇ ਹਾਂ, ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ, ਦੇਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜਗੰਤਰ ਖਾਹੀ ਖਾਹੇ, ਕਿ ਉਹ ਸਾਰਾ ਜੋ ਕੁਝ ਆਪਾਂ ਵਰਤ ਰਹੇ ਹਾਂ, ਪਹਿਨ ਰਹੇ ਹਾਂ, ਖਾ ਰਹੇ ਹਾਂ, ਇਹ ਸਭ ਕੁਝ ਉਸ ਮਾਲਕ ਦਾ ਦਿੱਤਾ ਹੋਇਆ ਹੈ। ਉਹ ਮਾਲਕ ਵਾਹਿਗੁਰੂ ਸਾਨੂੰ ਦਾਤਾਂ ਦਿੰਦਾ ਏ, ਉਹਦੇ ਦਰ ਦੇ ਭੰਡਾਰੇ ਭਰੇ ਹੋਏ ਨੇ, ਕਿਸੇ ਪ੍ਰਕਾਰ ਦੀ ਕਮੀ ਨਹੀਂ ਹੈ। ਇਸ ਕਰਕੇ ਤੇਰੀ ਭਗਤ ਭਰੇ ਭੰਡਾਰ, ਇਹ ਪਰਮੇਸ਼ਰ ਜੀ ਤੇਰੇ ਦਰ 'ਤੇ ਤੇਰੀ ਭਗਤੀ ਦੇ ਭੰਡਾਰੇ ਭਰੇ ਹੋਏ ਨੇ। ਤੂੰ ਆਪਣੇ ਪਿਆਰਿਆਂ ਨੂੰ, ਜਿਹੜਾ ਤੇਰੇ ਦਰ ਤੋਂ ਆ ਕੇ ਨਾਮ ਦੀ ਦਾਤ ਮੰਗਦਾ ਨਾ, ਉਹਨਾਂ ਨੂੰ ਫਿਰ ਤੂੰ ਨਾਮ ਦੀ ਦਾਤ ਦਿੰਦਾ, ਅਤੇ ਉਹ ਨਾਮ ਜਪ ਕੇ ਆਪਣੇ ਜੀਵਨ ਨੂੰ ਸਫਲਾ ਕਰਦੇ ਨੇ। ਇਸੇ ਪ੍ਰਕਾਰ ਹੀ
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੁੱਛੋ। ਤੇ ਪਾਤਸ਼ਾਹ ਦਾ ਫਰਮਾਨ ਹੈ, ਕਹਿੰਦੇ ਨੇ ਮੰਗਣ ਵਾਲੀ ਦਾਤ ਉਸ ਮਾਲਕ ਪਾਸੋਂ ਮੰਗ। ਕਿਹੜੀ ਦਾਤ ਮੰਗੀ ਹੈ? ਸਤਿਗੁਰੂ ਸਾਨੂੰ ਜੁਗਤੀ ਸਿਖਾਉਂਦੇ ਨੇ, ਤਰੀਕਾ ਸਿਖਾਉਂਦੇ ਹਨ। ਇੱਕ ਸਿੱਖਾ ਕਿਹੜੀ ਦਾਤ ਉਸ ਮਾਲਕ ਪਾਸੋਂ ਮੰਗਣੀ ਹੈ। ਤੇ ਪਾਤਸ਼ਾਹ ਜੀ ਦਾ ਫਰਮਾਨ ਹੈ ਕਿ ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਕਿ ਮਾਲਕ ਜੀ ਸਾਡੇ ਉੱਤੇ ਇਹੀ ਬਖਸ਼ ਕਰ, ਇਹ ਰਹਿਮਤ ਕਰ ਸਾਡੇ ਉੱਤੇ, ਤੇ ਸਾਨੂੰ ਆਪਣੇ ਦਰੋਂ ਆਪਣੇ ਨਾਮ ਦੀ ਦਾਤ ਦੇਣਾ ਕਰੋ। ਬਸ ਇਹੀ ਸਾਡੇ ਮਨ ਵਿੱਚ ਇਹ ਚਾਹ ਪੈਦਾ ਕਰਦੇ, ਤਾਂ ਕਿ ਦਿਨ ਰਾਤ ਅਸੀਂ ਆਪ ਜੀ ਦੇ ਗੁਣਾਂ ਦਾ ਗਾਇਨ ਕਰਦੇ ਰਹੀਏ, ਆਪ ਦੀ ਸਿਫਤਸਲਾ ਕਰਦੇ ਰਹੀਏ। ਜਿਉਂ-ਜਿਉਂ ਆਪ ਦੀ ਸਿਫਤਸਲਾ ਕਰਾਂਗੇ, ਤਿਉਂ-ਤਿਉਂ ਪਰਮਾਤਮਾ ਤੇਰੇ ਨਾਲ ਸਾਡੀ ਨੇੜਤਾ ਬਣਦੀ ਜਾਵੇਗੀ। ਇਸ ਕਰਕੇ ਮੇਰੇ ਮਾਲਕ ਜੀ, ਮੈਨੂੰ ਆਪਣੇ ਦਰੋਂ ਨਾਮ ਦੀ ਦਾਤ ਦੇਣਾ ਕਰੋ। ਤੇਰੇ ਦਰ 'ਤੇ ਭਗਤੀ ਦੇ ਭੰਡਾਰੇ ਭਰੇ ਹੋਏ ਹਨ। ਕਵਨ ਕਵਨ ਜਾਚਹਿ ਪ੍ਰਭ ਦਾਤੇ, ਤਾਕੇ ਅੰਤ ਨਾ ਪਰਹੈ ਸੁਮਾਰ। ਆਰੰਭਤਾ ਵਿੱਚ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਕਵਨ ਕਵਨ। ਕਵਨ ਕਵਨ ਤੋਂ ਕਿਹੜੇ ਕਿਹੜੇ, ਕੀ ਕੀ। ਮਾਲਕ ਜੀ ਤੇਰੇ ਦਰ 'ਤੇ ਜਾਚਕ ਬਣ ਕੇ ਕੀ ਕੀ ਮੰਗਣਾ ਕਰੀਏ, ਕਿਉਂਕਿ ਤੇਰੇ ਵਿੱਚ ਬਹੁਤ ਸਾਰੇ ਗੁਣ ਹਨ। ਤੂੰ ਸਾਡਾ ਪ੍ਰਭੂ ਹੈ, ਦਾਤਾ ਹੈ। ਜੇ ਆਪਾਂ ਤੇਰੇ ਖਜ਼ਾਨੇ ਦੀ ਗੱਲ ਕਰੀਏ, ਤੇਰੇ ਪਦਾਰਥਾਂ ਦੀ ਗੱਲ ਕਰੀਏ, ਭੰਡਾਰਿਆਂ ਦੀ ਗੱਲ ਕਰੀਏ, ਤੇ ਸਤਿਗੁਰੂ ਕਹਿੰਦੇ ਤਾਕੇ ਅੰਤ ਨਾ ਪਰਹੈ ਸ਼ੁਮਾਰ। ਮਾਲਕ ਜੀ ਤੇਰਾ ਕੋਈ ਹੱਦ ਬੰਨਾ ਨਹੀਂ ਹੈ, ਤੇਰੇ ਭੰਡਾਰਿਆਂ ਦਾ ਹੱਦ ਬੰਨਾ ਨਹੀਂ, ਤੇਰਾ ਨਹੀਂ ਹੱਦ ਬੰਨਾ। ਤੂੰ ਬੇਸ਼ੁਮਾਰ ਹੈ, ਤੂੰ ਤੇਰੇ ਖਜ਼ਾਨੇ ਜਿਹੜੇ ਭਰੇ ਹੋਏ ਹਨ, ਕਦੇ ਵੀ ਮੁੱਕ ਨਹੀਂ ਸਕਦੇ ਹਨ। ਬਸ ਮੰਗਣ ਦੇ ਲਈ ਆਪਾਂ ਮਾਲਕ ਦੇ ਦਰ 'ਤੇ ਮੰਗਤੇ ਬਣੀਏ। ਜਦੋਂ ਮੰਗਤੇ ਬਣ ਕੇ ਆਪਾਂ ਮੰਗ ਲਵਾਂਗੇ, ਸਾਨੂੰ ਸਭ ਕੁਝ ਮਿਲ ਜਾਵੇਗਾ। ਪਰ ਜਦੋਂ ਅਸੀਂ ਗੁਰੂ ਸਵਾਰਿਓ ਦਾਤਾਂ ਲੈ ਕੇ ਦਾਤੇ ਬਣ ਜਾਂਦੇ ਨੇ ਨਾ, ਉਦੋਂ ਫਿਰ ਪਰਮਾਤਮਾ ਦੇਖਦਾ, ਪਰਮਾਤਮਾ ਸਾਡੇ ਵੱਲ ਦੇਖ ਕੇ ਹੱਸਦਾ ਕਿ ਇੱਕ ਪਾਸੇ ਤਾਂ ਮੇਰੇ ਪਾਸੋਂ ਮੰਗਦਾ ਫਿਰਦਾ ਹੈ, ਮੇਰੇ ਪਾਸੋਂ ਮੰਗਿਆ ਮੈਨੂੰ ਆਹ ਦੇ, ਦੁੱਧ ਦੇ ਦਿਓ, ਪੁੱਤ ਦੇ ਦਿਓ, ਆਹ ਦੇਣਾ ਕਰੋ, ਤੇ ਉਹ ਮੈਂ ਦਿੱਤਾ। ਜਦੋਂ ਪ੍ਰਾਪਤ ਹੋ ਗਿਆ, ਅਮੀਰ ਬਣ ਗਿਆ, ਸ਼ਾਹੂਕਾਰ ਬਣ ਗਿਆ, ਤੇ ਫਿਰ ਉਸ ਦਾਤਾ ਨੂੰ ਵੰਡ ਰਿਹਾ ਤੇ ਆਪਣਾ ਨਾਮ ਚਮਕਾਉਣ ਲੱਗ ਪਿਆ। ਤੇ ਸਤਿਗੁਰੂ ਕਹਿੰਦੇ ਨਹੀਂ, ਇੰਜ ਨਹੀਂ। ਪਰਮੇਸ਼ਰ ਦੇ ਦਰ 'ਤੇ ਤਾਂ ਕੇਵਲ ਇੱਕ ਭਿਖਾਰੀ ਬਣ ਕੇ ਉਸ ਮਾਲਕ ਦੇ ਦਰ ਤੋਂ ਮੰਗਿਆ ਜਾ ਸਕਦਾ ਹੈ। ਜਦੋਂ ਆਪਾਂ ਜਾਚਕ ਬਣਾਂਗੇ, ਭਿਖਾਰੀ ਬਣਾਂਗੇ, ਤੇ ਮਾਲਕ ਨੇ ਸਾਡੀਆਂ ਝੋਲੀਆਂ ਭਰ ਦੇਣੀਆਂ ਨੇ। ਜਿਵੇਂ ਆਪਾਂ ਸਤਿਗੁਰ ਦੇ ਬਚਨ ਪੜ੍ਹਦੇ ਨਾ ਕਿ ਜਾਚਕ ਮੰਗੈ ਦਾਨ, ਦੇ ਪਿਆਰਿਆ, ਦੇਵਨਹਾਰ ਦਾ ਤਾਰ ਮੈਂ ਨਿਤ ਚਿਤਾਰਿਆ, ਨਿਖੁੱਟ ਨਾ ਜਾਈ ਮੂਲ ਅਤੁੱਲ ਭੰਡਾਰਿਆ, ਨਾਨਕ ਸ਼ਬਦ ਅਪਾਰ ਤਿਨ ਸਭ ਕੁਛ ਸਾਰਿਆ। ਇੱਥੋਂ ਤੱਕ ਪਾਤਸ਼ਾਹ ਨੇ ਫਰਮਾਨ ਕਰਤਾ ਕਿ ਜਿਸ ਦਾ ਦਿੱਤਾ ਖਾਵਣਾ, ਤਿਸ ਕਹੀਐ ਸ਼ਾਬਾਸ, ਨਾਨਕ ਹੁਕਮ ਨਾ ਚੱਲਈ, ਨਾਲ ਖਸਮ ਚੱਲੈ ਅਰਦਾਸ। ਕਿ ਪ੍ਰਭੂ ਦੇ ਚਰਨਾਂ 'ਚ ਤਾਂ ਅਰਦਾਸ ਕੀਤੀ ਜਾ ਸਕਦੀ ਹੈ। ਜੋ ਮਾਲਕ ਸਾਡੇ ਕੋਲ ਹੈ, ਇਹ ਮਾਲਕ ਦਾ ਦਿੱਤਾ ਹੋਇਆ ਹੈ। ਸਾਨੂੰ ਅਸੀਂ ਪੰਜ ਭੂਤਕ ਸਰੀਰ ਸਾਨੂੰ ਪ੍ਰਾਪਤ ਹੋਇਆ, ਮਨੁੱਖਾ ਦੇਹੀ ਮਿਲੀ ਹੈ, ਇਹ ਮੰਗੀ ਨਹੀਂ ਸੀ। ਪਰਮਾਤਮਾ ਨੇ ਬਿਨਾਂ ਮੰਗਿਆਂ ਸਾਨੂੰ ਦੇਣਾ ਕੀਤੀ। ਅਤੇ ਇਸ ਮਨੁੱਖਾ ਦੇਹੀ ਦੇ ਵਿੱਚ ਪਰਿਪੂਰਨ ਪਰਮਾਤਮਾ ਵਾਹਿਗੁਰੂ ਨੇ ਤੇ ਗੁਰੂ ਸਵਾਰਿਓ ਜਿੱਥੇ ਸੋਹਣੇ ਨੇਤਰ ਲਾ ਦਿੱਤੇ, ਮੁੱਖ ਲਾਇਆ, ਸਾਡੇ ਨੈਣ ਨਕਸ਼ ਬਣਾਏ ਨੇ, ਅੱਖਾਂ ਦੀ ਲਾਈਟ ਦੇਣਾ ਕੀਤੀ, ਰੋਸ਼ਨੀ ਦੇਣਾ ਕੀਤੀ, ਸਮੇਂ ਸਮੇਂ ਅਨੁਸਾਰ ਸਾਨੂੰ ਖੁਰਾਕ ਦਿੰਦਾ ਹੈ। ਅਤੇ ਉਹ ਮਾਲਕ ਵਾਹਿਗੁਰੂ ਨੇ ਬਿਨਾਂ ਮੰਗਿਆਂ ਸਾਨੂੰ ਦਿੱਤਾ ਹੈ। ਅਣਮੰਗਿਆ ਦਾਨ ਜਿਹਨੂੰ ਕਹਿ ਦਿੰਦੇ ਨੇ, ਅਣਮੰਗਿਆ ਦਾਨ ਦਿੱਤਾ ਪਰਮਾਤਮਾ ਨੇ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਵਚਨ ਕੀਤੇ ਨੇ ਕਿ ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ, ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਜਿਸ ਪਰਮਾਤਮਾ ਨੇ ਜੀਵ ਨੂੰ ਪੈਦਾ ਕੀਤਾ, ਪੰਜ ਭੂਤਕ ਸਰੀਰ ਬਣਾਇਆ,
ਤੇ ਵਿੱਚ ਜਿੰਦ ਪਾ ਦਿੱਤੀ। ਫਿਰ ਜਦੋਂ ਸਰੀਰ ਬਣ ਕੇ ਇਹ ਬਾਹਰ ਆਇਆ, ਸੰਸਾਰ 'ਚ ਕਦਮ ਰੱਖਿਆ, ਤੇ ਪਹਿਨਣ ਲਈ ਵਸਤਰ ਦੇਣਾ ਕੀਤੇ, ਖਾਣ ਲਈ ਭੋਜਨ ਦੇਣਾ ਕੀਤਾ, ਸਾਰੀ ਖੁਰਾਕ ਤੇ ਪਰਮਾਤਮਾ ਨੇ ਦਿੱਤੀ ਹੈ। ਤੇ ਜਿਸ ਮਾਲਕ ਨੇ ਸਾਨੂੰ ਇੰਨਾ ਕੁਝ ਦਿੱਤਾ ਹੈ ਕਿ ਸਾਡਾ ਫਰਜ਼ ਬਣਦਾ ਨੇ ਕਿ ਉਸ ਮਾਲਕ ਦਾ ਆਪਾਂ ਧੰਨਵਾਦ ਕਰੀਏ, ਸ਼ੁਕਰ ਕਰੀਏ। ਮਨੁੱਖ ਦੀ ਮਦਦ ਕਰਦਾ, ਸੰਸਾਰ 'ਚ ਵਿਚਰਦਿਆਂ ਹੋਇਆ ਇੱਕ ਦੂਜੇ ਦੀ ਮਦਦ ਕੀਤੀ ਜਾਂਦੀ ਹੈ। ਕੋਈ ਸਾਡੀ ਮਦਦ ਕਰੇ ਨਾ ਤੇ ਆਪਾਂ ਅੱਗੋਂ ਆਖਦੇ ਹਾਂ ਕਿ ਤੇਰਾ ਧੰਨਵਾਦ, ਤੈਂ ਮੇਰੀ ਔਖੇ ਸਮੇਂ ਮਦਦ ਕਰਨਾ ਕੀਤੀ। ਪਰ ਜਿਹੜਾ ਪਰਮਾਤਮਾ ਹਰ ਪਲ ਹਰ ਸਮੇਂ ਹਰੇਕ ਸਾਹ ਦੇ ਰਾਹੀਂ ਸਾਡੀ ਮਦਦ ਕਰਦਾ ਹੈ, ਉਸ ਪਰਿਪੂਰਨ ਪਰਮਾਤਮਾ ਦਾ ਆਪਾਂ ਸ਼ੁਕਰ ਹੀ ਨਹੀਂ ਕਰਦੇ ਹਾਂ, ਉਹਦਾ ਕਦੇ ਧੰਨਵਾਦ ਨਹੀਂ ਕੀਤਾ। ਅਸਲ ਵਿੱਚ ਧੰਨਵਾਦ ਉਸ ਪਰਮੇਸ਼ਰ ਦਾ ਕਰਨਾ ਚਾਹੀਦਾ ਹੈ ਜਿਸ ਜੀਵ ਨੇ ਸਾਡੀ ਮਦਦ ਕੀਤੀ ਹੈ, ਮਦਦਗਾਰ ਬਣਿਆ ਹੈ। ਅਸਲ ਵਿੱਚ ਉਹਦੇ ਮਨ ਨੂੰ ਵੀ ਪਰਿਪੂਰਨ ਪਰਮਾਤਮਾ ਨੇ ਪ੍ਰੇਰਨਾ ਕੀਤਾ ਹੈ। ਜੇ ਮਾਲਕ ਪ੍ਰੇਰਦਾ ਤਾਈਓ ਗੁਰੂ ਸਵਾਰਿਓ, ਫਿਰ ਇਸ ਪ੍ਰਕਾਰ ਉਹ ਮਦਦ ਕਰਨ ਦੇ ਲਈ ਅੱਗੇ ਆਇਆ ਹੈ। ਇਸ ਕਰਕੇ ਜੇ ਪਰਮੇਸ਼ਰ ਦਾ ਧੰਨਵਾਦ ਕਰ ਦਈਏ ਤੇ ਪਰਮੇਸ਼ਰ ਦਾ ਧੰਨਵਾਦ ਕਰਨ ਦੇ ਨਾਲ ਤੇ ਸਾਰੀਆਂ ਸਾਨੂੰ ਵਡਿਆਈਆਂ ਮਿਲ ਜਾਣਗੀਆਂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ, ਉਸ ਮਾਲਕ ਦੇ ਦਰ 'ਤੇ ਅਨੇਕਾਂ ਜਾਚਕ ਨੇ, ਮੰਗ ਰਹੇ ਨੇ ਦਾਤੇ ਪਾਸੋਂ, ਪਰਮੇਸ਼ਰ ਰੂਪੀ ਦਾਤੇ ਪਾਸੋਂ। ਕਹਿੰਦੇ ਦਾਤੇ ਦੇ ਭੰਡਾਰੇ ਭਰੇ ਹੋਏ ਨੇ। ਕਹਿੰਦੇ ਇੰਨੇ ਭੰਡਾਰ ਢੇਰ ਲੱਗੇ ਹੋਏ ਹਨ, ਕਹਿੰਦੇ ਬੇਸ਼ੁਮਾਰ ਹਨ। ਸ਼ੁਮਾਰ ਦਾ ਤਾਂ ਬਹੁਤ ਹੈ, ਜਿਹਦੀ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ ਹੈ। ਇੰਨਾ ਕਹਿੰਦੇ ਉਹਦੇ ਭੰਡਾਰੇ ਭਰੇ ਹਨ। ਜੈਸੀ ਭੂਖ ਹੋਏ ਅਬ ਅੰਤਰ, ਤੂੰ ਸਮਰੱਥ ਸੱਚ ਦੇਵਨਹਾਰ। ਤੇ ਪਾਤਸ਼ਾਹ ਜੀ ਨੇ ਹੁਣ ਗੱਲ ਮੁਕਾ ਦਿੱਤੀ। ਆਮ ਤੌਰ 'ਤੇ ਮਨੁੱਖ ਦੇ ਮਨ ਵਿੱਚ ਇਹ ਰੋਸ ਹੁੰਦਾ ਹੈ। ਕਈਆਂ ਨੂੰ ਮਾਲਕ ਨੇ ਗਰੀਬੀ ਦਿੱਤੀ ਹੈ, ਕਈਆਂ ਨੂੰ ਅਮੀਰੀ ਦਿੱਤੀ ਹੈ, ਕਈ ਮੱਧ ਵਰਗ ਵਿੱਚ ਆ ਜਾਂਦੇ ਨੇ। ਪਰ ਕਈ ਵਾਰੀ ਮਨੁੱਖ ਆਪਣੇ ਤੋਂ ਵੱਡੇ ਨੂੰ ਦੇਖ ਕੇ ਰੋਸ ਕਰਦਾ ਕਿ ਰੱਬ ਨੇ ਮੇਰੇ ਨਾਲ ਚੰਗਾ ਨਹੀਂ ਕੀਤਾ, ਰੱਬ ਨੇ ਮੈਨੂੰ ਗਰੀਬੀ ਦੇਣਾ ਕੀਤੀ ਹੈ, ਫਲਾਣੇ ਨੂੰ ਸਭ ਕੁਝ ਦੇਣਾ ਕੀਤਾ ਹੈ, ਤੇ ਇਹ ਮੇਰੇ ਨਾਲ ਗੁਰੂ ਨੇ ਚੰਗਾ ਨਹੀਂ ਕੀਤਾ, ਪਰਮੇਸ਼ਰ ਨੇ ਚੰਗਾ ਨਹੀਂ ਕੀਤਾ। ਪਰ ਦੇਖੋ ਸਤਿਗੁਰੂ ਨੇ ਇਸ ਪੰਗਤੀ 'ਚ ਗੱਲ ਮੁਕਾ ਦਿੱਤੀ। ਕਹਿੰਦੇ ਜੈਸੀ ਭੂਖ ਹੋਏ ਅਬ ਅੰਤਰ, ਕਿ ਜਿਹੋ ਜੀ ਇਹ ਜੀਵ ਤੇਰੇ ਅੰਦਰ ਭੁੱਖ ਹੋਵੇਗੀ ਨਾ, ਉਹੋ ਜਿਹੀ ਤੂੰ ਦਾਤਾ ਅੱਗੋਂ ਪਰਮੇਸ਼ਰ ਤੂੰ ਸਾਰਿਆਂ ਨੂੰ ਦਿੰਦਾ। ਤੂੰ ਸਮਰੱਥ ਸੱਚ ਦੇਵਨ, ਸੱਚਾ ਪਰਮੇਸ਼ਰ ਹੈ, ਦੇਣ ਵਾਲਾ ਹੈ, ਸਮਰੱਥ ਸਰਵ ਸ਼ਕਤੀਵਾਨ ਹੈ। ਇਸ ਕਰਕੇ ਤੂੰ ਮਾਲਕ ਦੇ ਰਿਹਾ, ਤੂੰ ਜੀਵ ਦਾ ਭਾਂਡਾ ਦੇਖ ਲੈਂਦਾ ਕਿਹੋ ਜਿਹੀ ਭੁੱਖ ਹੈ। ਹੁਣ ਜਦੋਂ ਜਿਹਦੇ ਅੰਦਰ ਸਬਰ ਸੰਤੋਖ ਪੈਦਾ ਹੋ ਜਾਂਦਾ, ਸਬਰ ਸੰਤੋਖ ਪ੍ਰਾਪਤ ਕਰਕੇ ਉਹ ਫਿਰ ਬਾਬਾ ਫਰੀਦ ਸਾਹਿਬਾਨ ਜੀ ਵਾਂ ਬਚਨ ਕਰਦੇ ਨੇ ਕਿ ਰੁੱਖੀ ਸੁੱਖੀ ਖਾਏ ਕੈ ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਕਿ ਆਪਣੇ ਹੱਕ ਦੀ ਤੂੰ ਰੋਟੀ ਖਾਣਾ ਕਰ। ਤੇ ਇਸ ਤਰ੍ਹਾਂ ਗੁਰੂ ਸਵਾਰੇ ਜੋ ਮਿਲ ਗਿਆ ਉਹਨੂੰ ਪ੍ਰਾਪਤ ਕਰਕੇ ਫਿਰ ਉਹ ਬਾਬਾ ਫਰੀਦ ਸਾਹਿਬਾਨ ਜੀ ਸ਼ੁਕਰ ਕਰਦੇ ਨੇ, ਧੰਨਵਾਦ ਕਰਦੇ ਹਨ। ਪਰ ਜਿਨ੍ਹਾਂ ਦੇ ਮਨ ਵਿੱਚ ਅਹੰਕਾਰ ਹੁੰਦਾ, ਮਾਣ ਕਰਦੇ ਨੇ, ਉਹ ਜਿਹੜੇ ਮਾਣ ਵਾਲੇ ਗੁਰੂ ਸਿਰ ਡੁੱਬ ਜਾਂਦੇ ਨੇ, ਉਹਨਾਂ ਦਾ ਕਦੇ ਵੀ ਪਾਰ ਉਤਾਰਾ ਨਹੀਂ ਹੁੰਦਾ ਹੈ। ਜਿਵੇਂ ਗੁਰਬਾਣੀ ਵਿੱਚ ਕਬੀਰ ਸਾਹਿਬਾਨ ਜੀ ਨੇ ਬਚਨ ਕੀਤੇ ਨੇ। ਕਬੀਰ ਸਾਹਿਬਾਨ ਜੀ ਬਚਨ ਕਰਦੇ ਨੇ, ਕਹਿੰਦੇ ਨੇ ਅਸਲ ਵਿੱਚ ਉਹੀ ਜੀਵ ਸੰਸਾਰ ਤੋਂ ਤਰਦੇ ਨੇ ਜਿਨ੍ਹਾਂ ਦੇ ਜਿਹੜੇ ਹੌਲੇ ਹੁੰਦੇ ਨੇ, ਜਿਹੜੇ ਭਾਰੇ ਹੁੰਦੇ ਨੇ, ਉਹਨਾਂ ਤੋਂ ਡੁੱਬ ਜਾਂਦੇ ਨੇ। ਭਾਵ ਜਿਨ੍ਹਾਂ ਦੇ ਅੰਦਰ ਨਿਮਰਤਾ ਹੁੰਦੀ ਹੈ, ਨਿਮਰਤਾ ਵਾਲੇ ਸੰਸਾਰ ਰੂਪੀ ਸਮੁੰਦਰ ਤੋਂ ਤਰਦੇ ਨੇ। ਜਿਹੜੇ ਅਹੰਕਾਰ ਵਾਲੇ ਹੁੰਦੇ ਨੇ ਨਾ, ਉਹ ਭਾਰੇ ਗਿਣੇ ਗਏ ਨੇ, ਉਹ ਡੁੱਬ ਜਾਂਦੇ ਨੇ। ਭਗਤ ਕਬੀਰ ਸਾਹਿਬਾਨ ਜੀ ਸਲੋਕ ਹੈ, ਕਹਿੰਦੇ ਨੇ ਕਬੀਰ ਬੇੜਾ ਜਰਜਰਾ ਫੂਟੇ ਸ਼ੇਖ ਹਜ਼ਾਰ, ਹਰੂਏ ਹਰੂਏ ਤਰ ਗਏ ਡੂਬੇ ਜਿਨ ਸਿਰ ਭਾਰ। ਜੀਵਨ ਰੂਪੀ ਬੇੜਾ ਜਿਹੜਾ ਹੈ ਸੰਸਾਰ ਸਮੁੰਦਰ ਦੇ ਵਿੱਚ ਹੈ। ਇਸ ਬੇੜੇ ਨੂੰ ਅਨੇਕਾਂ ਹੀ ਹਜ਼ਾਰਾਂ ਦੀ ਤਾਦਾਦ ਵਿੱਚ ਛੋਟੇ ਛੋਟੇ ਸੁਰਾਖ ਹੋਏ ਫਿਰਦੇ ਨੇ। ਬੇੜੀ ਨੂੰ ਸੁਰਾਖ ਹੋਵੇ ਨਾ, ਬੇੜੀ ਪਾਣੀ ਨਾਲ ਭਰ ਜਾਂਦੀ ਹੈ। ਜਦੋਂ ਪਾਣੀ ਨਾਲ ਭਰਦੀ ਹੈ ਤੇ ਉਹੀ ਬੇੜੀ ਗੁਰੂ ਸਵਾਰਿਓ ਫਿਰ ਉਹ ਡੁੱਬ ਜਾਂਦੀ ਹੈ।
ਜਿੰਨੇ ਵੀ ਉਸ ਬੇੜੀ ਅੰਦਰ ਸਵਾਰ ਹੁੰਦੇ ਨੇ ਉਹ ਵੀ ਨਾਲ ਬੇੜੀ ਦੇ ਨਾਲ ਉਹ ਵੀ ਡੁੱਬ ਜਾਂਦੇ ਨੇ। ਤੇ ਸਤਿਗੁਰੂ ਕਹਿੰਦੇ ਨੇ ਜੀਵਨ ਰੂਪ ਜਿਹੜਾ ਬੇੜਾ ਹੈ ਸੰਸਾਰ ਸਮੁੰਦਰ ਦੇ ਵਿੱਚ ਹੈ ਜੀਵ ਤੇਰਾ। ਹਜ਼ਾਰਾਂ ਦੀ ਤਾਦਾਦ ਵਿੱਚ ਛੇਕ ਹੋਏ ਨੇ, ਮੋਰੀਆਂ ਹੋਈਆਂ ਨੇ, ਪਰ ਜਿਹੜੇ ਹਰੂਏ ਤਰ ਗਏ, ਜਿਹੜੇ ਹੌਲੇ ਸੀ, ਜਿਨ੍ਹਾਂ ਦੇ ਅੰਦਰ ਨਿਮਰਤਾ ਸੀ, ਪ੍ਰੇਮ ਭਾਵਨਾ ਸੀ ਜਿਨ੍ਹਾਂ ਦੇ ਅੰਦਰ, ਉਹ ਤਾਂ ਸੰਸਾਰ ਸਮੁੰਦਰ ਤਰ ਗਏ। ਪਰ ਜਿਹੜੇ ਗੁਰੂ ਪੱਥਰ ਵਾਂਗ ਭਾਰੇ ਸੀ, ਜਿਹੜੇ ਹੰਕਾਰੀ ਸੀ, ਜਿਹੜੇ ਹੰਕਾਰ ਡੁੱਬੇ ਹੋਏ ਫਿਰਦੇ ਸਨ, ਉਹ ਉਸੇ ਹੀ ਜੀਵਨ ਰੂਪੀ ਬੇੜੇ ਡੁੱਬ ਗਏ ਅਤੇ ਦੁਬਾਰਾ ਫਿਰ ਉਹ ਜੰਮਣ ਮਰਨ ਦੇ ਚੱਕਰ ਵਿੱਚ ਬਾਹਰ ਟੇਢੀਆਂ ਮੇਢੀ ਜੂਨੀਆਂ ਭਟਕਣਾ ਵਿੱਚ ਰਹਿੰਦੇ ਨੇ। ਇਸ ਕਰਕੇ ਗੁਰੂ ਸਵਾਰੇ ਸਤਿਗੁਰੂ ਇੱਥੇ ਸਮਝਾਉਂਦੇ ਨੇ, ਕਹਿੰਦੇ ਕਦੇ ਵੀ ਇਹ ਜੀਵ ਤੂੰ ਮਾਣ ਨਹੀਂ ਕਰਨਾ। ਜਿਹੋ ਜਿਹਾ ਤੇਰਾ ਭਾਂਡਾ ਨਾ ਉਹਦੇ ਮੁਤਾਬਕ ਤੈਨੂੰ ਮਾਲਕ ਦਾਤਾਂ ਦੇਈ ਜਾ ਰਿਹਾ। ਜੋ ਤੈਨੂੰ ਮਿਲ ਗਿਆ, ਜੋ ਤੈਂ ਪ੍ਰਾਪਤ ਕਰ ਲਿਆ, ਉਹਨੂੰ ਪ੍ਰਾਪਤ ਕਰਕੇ ਤੂੰ ਮਾਲਕ ਦਾ ਧੰਨਵਾਦ ਕਰ, ਸ਼ੁਕਰ ਕਰਨਾ ਕਰ, ਨਾ ਸ਼ੁਕਰਾਨਾ ਬਣਨਾ ਕਰ। ਇਸ ਕਰਕੇ ਕਹਿੰਦੇ ਤੂੰ ਸਮਰੱਥ, ਪਰਮਾਤਮਾ ਤੂੰ ਸਮਰੱਥ ਹੈ, ਤੂੰ ਦੇਣ ਵਾਲਾ ਹੈ। ਜਿਹੋ ਜਿਹੀ ਕਿਸੇ ਦੇ ਅੰਦਰ ਭੁੱਖ ਹੁੰਦੀ ਹੈ ਉਹੋ ਜਿਹੀ ਤੂੰ ਦਾਤਾਂ ਜੀਵਾਂ ਨੂੰ ਦਿੰਦਾ ਹੈ। ਰਹਾਉ ਸੁਨ ਸਮਾਦ ਰਹੇ ਲਿਵ ਲਾਗੇ, ਏਕਾ ਏਕੀ ਸ਼ਬਦ ਵਿਚਾਰ। ਜਲ ਥਲ ਧਰਨ ਗਗਨ ਤਹਿ ਨਾਹੀ, ਆਪੇ ਆਪ ਕੀਆ ਕਰਤਾਰ। ਸਤਿਗੁਰੂ ਜੀ ਅਗਲੇ ਬੰਦ ਵਿੱਚ ਬਖਸ਼ਿਸ਼ ਕਰਦੇ ਹਨ। ਕਹਿੰਦੇ ਜਦੋਂ ਉਹ ਸਮਾਂ ਦੱਸਦੇ ਨੇ ਜਦੋਂ ਪਰਮਾਤਮਾ ਨੇ ਸੰਸਾਰ ਨਹੀਂ ਬਣਾਇਆ, ਕੋਈ ਜੀਵ ਜੰਤੂ ਨਹੀਂ ਪੈਦਾ ਕੀਤੇ, ਉਦੋਂ ਵੀ ਕਹਿੰਦੇ ਪਰਮੇਸ਼ਰ ਸੁੰਨ ਸਮਾਦ, ਜਿਹਨੂੰ ਸੁੰਨ ਸਮਾਦ ਕਹਿੰਦੇ ਨੇ ਅਪਰ ਅਵਸਥਾ, ਕਹਿੰਦੇ ਉਸ ਅਵਸਥਾ ਵਿੱਚ ਪਰਮਾਤਮਾ ਤੂੰ ਲਿਵ ਲਾ ਕੇ ਬੈਠਾ ਹੋਇਆ ਸੀ। ਏਕਾ ਏਕੀ ਕੇਵਲ ਤੂੰ ਹੀ ਸੀ, ਤੇ ਤੋਂ ਬਿਨਾਂ ਦੂਜਾ ਕੋਈ ਨਹੀਂ ਸੀ। ਸ਼ਬਦ ਦੀ ਵਿਚਾਰ, ਤੇ ਤੂੰ ਹੀ ਸ਼ਬਦ ਦੀ ਵਿਚਾਰ ਵੀ ਆਪ ਹੀ ਕਰਨ ਵਾਲਾ। ਭਾਵ ਤੇ ਤੋਂ ਬਿਨਾਂ ਦੂਜਾ ਕੋਈ ਨਹੀਂ, ਉਦੋਂ ਤੂੰ ਹੀ ਸੀ ਸਾਰੀਆਂ ਥਾਵਾਂ 'ਤੇ, ਇੱਕ ਤੇਰਾ ਹੀ ਪਸਾਰਾ ਫੈਲਿਆ ਹੋਇਆ ਸੀ। ਜਲ ਥਲ ਧਰਨ ਗਗਨ ਤਹਿ ਨਾਹੀ, ਨਾ ਜਲ ਸੀ ਪਾਣੀ, ਨਾ ਥਲ ਧਰਤੀ ਸੀ, ਨਾ ਗਗਨ ਆਕਾਸ਼, ਨਾ ਆਕਾਸ਼ ਸੀ। ਆਪੇ ਆਪ ਕੀਆ ਕਰਤਾਰ, ਕਰਤਾਰ ਨੇ ਆਪਣਾ ਪਸਾਰਾ ਆਪ ਖਿਲਾਰਿਆ ਹੋਇਆ ਸੀ, ਆਪ ਖਿਲਾਰਿਆ ਸੀ। ਆਪੀ ਨੇ ਆਪ ਸਾਜਿਓ, ਆਪੀ ਨ ਰਚਿਓ ਨਾਓ, ਦੋਈ ਕੁਦਰਤ ਸਾਜੀਐ ਕਰ ਆਸਣ ਡਿਠੋ ਚਾਓ। ਜਦੋਂ ਮਨ 'ਚ ਵਿਚਾਰ ਆਈ ਨਾ ਕਿ ਮੈਂ ਇੱਕ ਤੋਂ ਬਹੁਤੇ ਰੂਪ ਹੋਵਾਂ, ਪਹਿਲਾਂ ਪਰਮਾਤਮਾ ਆਪਣੇ ਆਪ ਤੋਂ ਪਰਮਾਤਮਾ ਪੈਦਾ ਹੋਇਆ, ਉਹਨੂੰ ਕੋਈ ਨਾ ਉਹਦਾ ਕੋਈ ਮਾਤਾ ਨਾ ਪਿਤਾ ਹੈ। ਫਿਰ ਜਦੋਂ ਵਿਚਾਰ ਆਏ ਕਿ ਬਹੁਤੇ ਮੈਂ ਰੂਪ ਧਾਰਨ, ਫਿਰ ਕੁਦਰਤ ਬਣਾਉਣਾ ਕੀਤੀ ਦੂਜੀ, ਉਸੇ ਕੁਦਰਤ ਤੋਂ ਅੱਗੇ ਫਿਰ ਜੀਵ ਜੰਤੂਆਂ ਦਾ ਸੰਸਾਰ ਵਿੱਚ ਆਉਣਾ ਹੋਇਆ, ਧਰਤੀ ਬਣੀ, ਆਕਾਸ਼ ਬਣਿਆ, ਇਹ ਸਭ ਕੁਝ ਬਾਅਦ ਵਿੱਚ ਬਣਿਆ। ਅਤੇ ਸਤਿਗੁਰੂ ਕਹਿੰਦੇ ਨੇ ਉਦੋਂ ਪਰਮਾਤਮਾ ਤੂੰ ਹੀ ਸੀ, ਤੇ ਤੋਂ ਬਿਨਾਂ ਆਪੇ ਆਪ ਆਪਣਾ ਪਸਾਰਾ ਪਰਮੇਸ਼ਰ ਤੈਂ ਆਪ ਹੀ ਪਸਾਰਿਆ ਹੋਇਆ ਸੀ। ਨਾ ਤਦ ਮਾਇਆ ਮਗਨ ਨ ਛਾਇਆ, ਨਾ ਸੂਰਜ ਚੰਦ ਨਾ ਜੋਤ ਅਪਾਰ। ਗੁਰੂ ਸਾਹਿਬਾਨ ਜੀ ਅਗਲੀ ਪੰਕਤੀ ਬਖਸ਼ਿਸ਼ ਕਰਦੇ ਹਨ, ਕਹਿੰਦੇ ਨਾ ਤਾਂ ਉਦੋਂ ਮਾਇਆ ਸੀ, ਜੋ ਪਰਮੇਸ਼ਰ ਸੀ ਸੁੰਨ ਸਮਾਧੀ ਲਾਈ ਬੈਠਾ ਸੀ ਅਫਰ ਅਵਸਥਾ ਦੇ ਵਿੱਚ, ਨਾ ਕਹਿੰਦੇ ਕੋਈ ਮਾਇਆ ਸੀ, ਮਾਇਆ ਤਾਂ ਉਹਦੀ ਆਪਣੀ ਪੈਦਾ ਕੀਤੀ, ਨਾ ਕੋਈ ਮਾਇਆ ਸੀ, ਨਾ ਕਹਿੰਦੇ ਛਾਇਆ ਸੀ, ਨਾ ਹੀ ਕੋਈ ਛਾਂ ਸੀ, ਅਤੇ ਨਾ ਹੀ ਚੰਦਰਮਾ ਸੀ, ਨਾ ਹੀ ਸੂਰਜ ਸੀ, ਨਾ ਕੋਈ ਜੋਤ ਸੀ। ਕੇਵਲ ਅਪਾਰ ਪਾਰਾਵਾਰ ਤੋਂ ਰਹਿਤ ਪਰਮੇਸ਼ਰ ਵਾਹਿਗੁਰੂ ਆਪ ਹੀ ਸੀ। ਸਰਬ ਦ੍ਰਿਸ਼ਟ ਲੋਚਨ ਅਬ ਅੰਤਰ, ਏਕਾ ਨਦਰ ਸੋ ਤ੍ਰਿਭਵਨ ਸਾਰ। ਸਰਬ ਦ੍ਰਿਸ਼ਟ, ਸਾਰਿਆਂ ਦੇ ਉੱਤੇ ਪਰਮਾਤਮਾ ਦੀ ਦ੍ਰਿਸ਼ਟੀ ਸੀ। ਸਾਰੀ ਦ੍ਰਿਸ਼ਟੀ, ਸਭ ਦ੍ਰਿਸ਼ਟ ਆਪਣੇ ਨੇਤਰਾਂ ਦੇ ਨਾਲ ਲੋਚਨ ਅਬ ਅੰਤਰ, ਪਰਮਾਤਮਾ ਆਪਣੇ ਅੰਦਰ ਦੇਖਦਾ ਸੀ।
फिर परमात्मा ने ये विचार की, एका नदर सोत्रे भवन सार। अपने अंदर अपनी विचार अपने मन नाल परमात्मा ने गलबात की, विचार की। फिर विचार आई कि मैं संसार सिरजा, मैं लोक बनाना करा। कहते एक दृष्टि दे विच ही, एक नज़र एक दृष्टि दे विच ही परिपूर्ण परमात्मा वाहिगुरु ने त्रिभवन सार तिन्ना भवनां नूं सिरज दिता। भाव तीन लोक, स्वर्ग लोक, मात लोक, प्याल लोक, पताल लोक, ये तिन्ने लोक एक क्षण में हिड़ मात्र विच ही, क्योंकि क्षण मात्र विच ही परमात्मा संसार नूं पैदा करता है ते क्षण मात्र दे विच ही संसार की लैता करता है। ते इन्हां नूं संसार नूं तीन लोक बनाउण दे लई परमात्मा ने किसी न किसी ड्यूटी लाई। फिर ड्यूटी किहदी लाई है? सतगुरु जी अगली पंक्ति उत्तर दिंदे ने, कहंदे ने पवन पानी अगन तिन कीया, ब्रह्मा विष्णु महेश आकार। पंज तत्त ने, पवन, हवा, पानी, अगन, धरती ते आकाश, ये पंज तत्त हो गए। पंजां तत्तां दे राही ही संसार की सिरजना उस मालक वाहिगुरु ने की है। जिवें गुरबाणी का फरमान है कि पांच तत्त को तन रचियो, जानो चतुर सुजान, जिह ते उपजियो नानका, लीन ताहे मैं मान। धन गुरु तेग बहादुर साहब महाराज दे बचन ने। इसे प्रकार पातशाह जी फरमान करते हैं, कहते परमात्मा ने पंजां तत्तां दी सृष्टि पैदा करके पंज तत्त सब तो पहला पैदा किए ने। फिर उस तो बाद इन्हां पंजां तत्तां दे विच ही आपां भी पंजां तत्तां विच आउंदे ने, जिन्हां नूं हिंदू मत अनुसार भगवान मन्निया जांदा, देवते मन्निया जांदा है। धन गुरु नानक दे महाराज फरमान करते हैं, कहते उस मालक ने पंजां तत्तां तो ही फिर ब्रह्मा जी नूं पैदा किया, विष्णु जी नूं पैदा किया, महेश शिव जी नूं पैदा किया। इन्हां दियां बखरियां बखरियां ड्यूटियां ला दित्तियां। एक नूं कहता कि तू संसार नूं सृजना कर, जीव जंतु बना, वो ब्रह्मा जी बनाउण लग पे। एक नूं आख्या कि तू रोजी रोटी देनी है, तेरी ड्यूटी है, तैनूं मैं काम सौंप रिहा, ये तैं काम करना है। तो वो रोजी रोटी देन लग पिया, भाव सारिਆਂ ਨੂੰ ਜਿਹੜੀ खुराक वो देन लग पिया। तीजे नूं आख्या कि तैं फिर संघार करना, अखीर ते संसार जीव जंतु पैदा किए ने ना, फिर इन्हां दा संघार भी करना। आपां रोजाना पढ़ते हैं, एका माई जुगत ब्याई तिन चेले परवान, एक संसारी एक भंडारी एक लाए दीवान। पर नाल पातशाह अगे मोहर लाती कि जिव तिस भावै तिवै चलावै, जिव होवै फरमान। जिवें मालक दा फरमान होंदा, हुक्म होंदा ना, अपने हुक्म दे विच तिन्नां नूं चला रहा है। तिन्ने उस मालक दे हुक्म चल रहे ने, उहदे हुक्म तो बाहर ही नहीं आन। इस करके सतगुरु कहते ये तीन देवते तीन पंज तत्त पैदा करके ब्रह्मा विष्णु महेश इन्हां दे आकार उस मालक ने बनाना कीते। सर्बे जाचक तू प्रभ दाता, दात करे अपने विचार। हे परमेश्वर, जिन्ने भी जीव हन 84 लाख जूना हन, ये सर्बे जाचक, जाचक का अर्थ है मंगते, ये सारे ही तेरे दर दे मंगते हन, मंगण वाले मंगते हन। तू प्रभ दाता, तू सारियां दा दाता है। दात करे अपने विचार, फिर तू उन्होंने दातां दे रहा जिन्होंने अपनी विचार करके तू देखदा किनू दात किनू की देना किनू की नहीं देना है। भांडा देख के मालक जी तू पदार्थ पा रहा है। जिहो जी वस्तु जिहो जिहा अंदरों भांडा सबरिया हुंदा उहो जिहा पदार्थ उहदे च पा दिंदा है। जे भांडा शुद्ध है, भांडा साफ है, तो फिर गुरु सवार उस भांडे विच
ਸ਼ੁਭ ਗੁਣ ਪਾਏ ਜਾਂਦੇ ਨੇ। ਜਿਵੇਂ ਆਪਾਂ ਘਰ ਦੇ ਭਾਂਡੇ ਵਿੱਚ ਆਪਾਂ ਵਰਤੋਂ ਕਰਦੇ ਹਾਂ, ਪੁਰਾਣੇ ਸਮਿਆਂ ਦੇ ਵਿੱਚ ਮਿੱਟੀ ਦੇ ਬਰਤਨ ਹੁੰਦੇ ਸੀ ਇਹਨਾਂ ਭਾਂਡਿਆਂ ਦੇ ਵਿੱਚ, ਅਤੇ ਇਸ ਪ੍ਰਕਾਰ ਘਰ ਦਾ ਜਿਹੜਾ ਖਜ਼ਾਨਾ ਇਤਿਆਦਿਕ ਰੱਖਿਆ ਜਾਂਦਾ ਸੀ। ਇੱਕ ਭਾਂਡਿਆਂ ਦੇ ਵਿੱਚ ਜਿੰਨੇ ਵੀ ਘਰ ਦਾ ਕੂੜਾ ਕਰਕਟ ਗੰਦਗੀ ਵਿਸ਼ਟਾ ਇਤਿਆਦਿਕ ਪਾਈ ਜਾਂਦੀ ਸੀ। ਕਿਉਂਕਿ ਦੇਖਦੇ ਹਾਂ ਪੁਰਾਣੇ ਸਮੇਂ ਜਦੋਂ ਧਰਤੀ ਪੁੱਟਦੇ ਸਨ, ਧਰਤੀ ਵਿੱਚੋਂ ਫਿਰ ਕਈ ਵਾਰੀ ਗਾਗਰਾਂ ਨਿਕਲ ਆਉਣੀਆਂ। ਅਸਲ ਵਿੱਚ ਉਹ ਮਿੱਟੀ ਦੇ ਬਰਤਨਾਂ ਦੇ ਵਿੱਚ ਹੀ ਇਸ ਪ੍ਰਕਾਰ ਮਾਇਆ ਰੱਖੀ ਹੁੰਦੀ ਸੀ। ਉਦੋਂ ਕੋਈ ਬੈਂਕ ਇਤਿਆਦਿਕ ਨਹੀਂ ਹੁੰਦੇ ਸਨ। ਅਤੇ ਭਾਵ ਕਹਿਣ ਦਾ ਬਣਾਉਣ ਵਾਲਾ ਇੱਕ ਹੈ ਅਤੇ ਉਸ ਭਾਂਡੇ ਵਿੱਚ ਪਦਾਰਥ ਪਾਉਣ ਵਾਲਾ ਵੀ ਉਹ ਇੱਕ ਪਰਮਾਤਮਾ ਹੀ ਹੈ। ਵੱਖਰੇ ਵੱਖਰੇ ਜਿਹੋ ਜਿਹਾ ਭਾਂਡਾ ਉਹੋ ਜਿਹਾ ਪਦਾਰਥ ਪਾ ਦਿੱਤਾ। ਪਰ ਸਤਿਗੁਰੂ ਕਹਿੰਦੇ ਤੂੰ ਅੰਤःਕਰਨ ਨੂੰ ਭਾਂਡੇ ਨੂੰ ਸਵਾਰਨਾ ਕਰ। ਸਤਿਗੁਰੂ ਜੀ ਅੰਤःਕਰਨ ਨੂੰ ਭਾਂਡਾ ਕਿਵੇਂ ਸਵਾਰਿਆ ਜਾਣਾ ਹੈ? ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਬਚਨ ਕਰਦੇ ਨੇ ਕਿ ਭਾਂਡਾ ਹੱਛਾ ਸੋਏ ਜੋਤ ਸੁਭਾਵ ਸੀ, ਭਾਂਡਾ ਅਤਿ ਮਲੀਨ ਧੋਤਾ ਹੱਛਾ ਨ ਹੋਏ ਸੀ, ਗੁਰੂ ਦੁਆਰੈ ਹੋਏ ਸੋਝੀ ਪਾਏ ਸੀ, ਏਤ ਦੁਆਰੈ ਧੋਏ ਹੱਛਾ ਹੋਏ ਸੀ। ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ, ਮਤ ਕੋ ਜਾਣੈ ਜਾਏ ਅੱਗੇ ਪਾਏ ਸੀ। ਫਿਰ ਨਾਲ ਪਾਤਸ਼ਾਹ ਬਚਨ ਕਰਦੇ ਨੇ ਕਿ ਜਿਹੇ ਕਰਮ ਕਮਾਏ ਤੇਹਾ ਹੋਏ ਸੀ। ਜਿਹੋ ਜਿਹੇ ਕਰਮ ਕਰਦਾ ਉਹੋ ਜਿਹਾ ਅੱਗੋਂ ਜੀਵ ਨੂੰ ਫਲ ਮਿਲਦਾ, ਉਹੀ ਹੁੰਦਾ ਏ। ਇਸ ਕਰਕੇ ਸਤਿਗੁਰੂ ਕਹਿੰਦੇ ਸਰਬੇ ਜਾਚਕ, ਸਾਰੇ ਜਾਚਕ ਜਿੰਨੇ ਵੀ ਜੀਵ ਹਨ, ਚਾਹੇ ਚੱਕਰਵਰਤੀ ਰਾਜਾ ਹੈ, ਚਾਹੇ ਇੱਕ ਭਿਖਾਰੀ ਹੈ, ਗਰੀਬ ਹੈ, ਕਹਿੰਦੇ ਉਹ ਜਿੰਨੇ ਵੀ ਪਰਮਾਤਮਾ ਤੇਰੇ ਦਰ ਦੇ ਜਾਚਕ ਮੰਗਤੇ ਹਨ। ਤੂੰ ਸਾਰਿਆਂ ਦਾ ਦਾਤਾ ਹੈ। ਤੂੰ ਆਪ ਕਰੇ ਵਿਚਾਰ, ਆਪ ਹੀ ਕਹਿੰਦਾ ਦਾਤ ਦੇਣ ਵਿੱਚ ਵਿਚਾਰ ਕਰਦਾ ਕਿਹਨੂੰ ਕੀ ਦੇਣਾ ਕਿਹਨੂੰ ਨਹੀਂ ਦੇਣਾ ਹੈ, ਉਹ ਤੂੰ ਵਿਚਾਰ ਕਰਦਾ ਹੈ। ਕੋਟ 33 ਜਾਚੈ ਪ੍ਰਭ ਨਾਇਕ, ਦੇਂਦੇ ਤੋਟ ਨਾਹੀ ਭੰਡਾਰ। ਸਤਿਗੁਰੂ ਜੀ ਹੋਰ ਕਿਹੜੇ ਕਿਹੜੇ ਉਸ ਮਾਲਕ ਦੇ ਦਰ ਤੋਂ ਮੰਗਦੇ ਨੇ? ਗੁਰੂ ਨਾਨਕ ਸਾਹਿਬ ਮਹਾਰਾਜ ਆਖਦੇ ਨੇ, ਕਹਿੰਦੇ ਕੋਟ 33, ਹਿੰਦੂ ਮਤ ਅਨੁਸਾਰ 33 ਕਰੋੜ ਦੇਵਤੇ ਮੰਨੇ ਗਏ ਨੇ। 33 ਕਰੋੜ ਦੇਵਤੇ ਕਹਿੰਦੇ ਇਹ ਵੀ ਪਰਮਾਤਮਾ ਤੇਰੇ ਦਰ ਤੋਂ ਜਾਚਕ ਮੰਗ ਕੇ ਮੰਗਦੇ ਹਨ ਅਤੇ ਬੇਨਤੀਆਂ ਕਰਦੇ ਕਿ ਪ੍ਰਭੂ ਤੂੰ ਸਾਡਾ ਨਾਇਕ, ਨਾਇਕ ਦਾ ਅਰਥ ਆਗੂ ਮੁਖੀਆ, ਸਾਡਾ ਮੁਖੀਆ ਤੂੰ ਹੈ, ਸਾਡਾ ਨਾਇਕ ਆਗੂ ਤੂੰ ਹੈ। ਅਸੀਂ ਤੇਰੇ ਦਰ ਤੋਂ ਮੰਗਣਾ ਏ, ਕਿਰਪਾ ਕਰੋ ਸਾਨੂੰ ਦਾਤਾਂ ਦੇਣਾ ਕਰੋ। ਅਤੇ ਪਰਮੇਸ਼ਰ ਫਿਰ ਉਹਨਾਂ ਨੂੰ ਦਾਤਾ ਦਿੰਦਾ ਹੈ। ਕਹਿੰਦੇ ਦੇਂਦੇ ਤੋਟ ਨਾਹੀ ਭੰਡਾਰ। ਪਰਮਾਤਮਾ ਦਾਤਾਂ ਦੇਈ ਜਾ ਰਹੇ ਆ। ਕਹਿੰਦੇ ਉਹਦੇ ਭੰਡਾਰੇ ਭਰੇ ਹੋਏ ਨੇ, ਕਿਸੇ ਪ੍ਰਕਾਰ ਦੀ ਉਹਨਾਂ ਭੰਡਾਰਿਆਂ ਵਿੱਚ ਕਿਸੇ ਪ੍ਰਕਾਰ ਦੀ ਕਮੀ ਨਹੀਂ ਆਉਂਦੀ ਹੈ। ਊਂਦੈ ਭਾਂਡੈ ਕਛ ਨ ਸਮਾਵੈ, ਸੀਧੈ ਅੰਮ੍ਰਿਤ ਪਰੈ ਨਿਹਾਰ। ਅਗਲੀ ਪੰਕਤੀ ਵਿੱਚ ਗੁਰੂ ਸਾਹਿਬਾਨ ਜੀ ਨੇ ਜੋ ਸਾਡੇ ਮਨਾਂ ਦੇ ਵਿੱਚ ਸਵਾਲ ਨੇ, ਪ੍ਰਸ਼ਨ ਨੇ, ਉਹਨਾਂ ਸਵਾਲਾਂ ਦਾ ਪਾਤਸ਼ਾਹ ਨੇ ਇੱਕ ਪੰਕਤੀ ਵਿੱਚ ਉੱਤਰ ਦੇਣਾ ਕੀਤਾ। ਕਿਉਂਕਿ ਆਪਾਂ ਗੁਰੂ ਸਾਹਿਬਾਨ ਦੇ ਚਰਨਾਂ ਵਿੱਚ ਆਉਂਦੇ ਹਾਂ, ਸਤਿਗੁਰ ਦੇ ਚਰਨਾਂ 'ਚ ਆਪਣੀ ਇੱਛਾ ਜ਼ਾਹਰ ਕਰਦੇ ਕਿ ਪਾਤਸ਼ਾਹ ਕਿਰਪਾ ਕਰੋ ਸਾਨੂੰ ਆਹ ਦਾਤ ਦੇਣਾ ਕਰੋ, ਸਾਨੂੰ ਆਹ ਦੇਣਾ ਕਰੋ। ਹੁਣ ਕਈਆਂ ਦੀਆਂ ਝੋਲੀਆਂ ਭਰ ਜਾਂਦੀਆਂ ਨੇ, ਕਈ ਖਾਲੀ ਰਹਿ ਜਾਂਦੇ ਨੇ। ਜਿਹੜੇ ਖਾਲੀ ਰਹਿੰਦੇ ਨੇ ਨਾ, ਫਿਰ ਸਤਿਗੁਰੂ ਨੂੰ ਉਲਾਂਭਾ ਦੇਣ ਲੱਗ ਪੈਂਦੇ ਨੇ ਕਿ ਨਹੀਂ, ਗੁਰੂ ਸਾਡੀ ਨਹੀਂ ਸੁਣਦਾ। ਅਸੀਂ ਗੁਰੂ ਦੇ ਚਰਨਾਂ 'ਚ ਬੇਨਤੀ ਕੀਤੀ ਹੈ, ਪਰ ਸਾਡੇ ਗੁਰੂ ਨੇ ਸਾਡੀ ਸੁਣਨਾ ਨਹੀਂ ਕੀਤੀ। ਪਰ ਪਾਤਸ਼ਾਹ ਕਹਿੰਦੇ ਭਾਂਡਾ ਤੇਰਾ ਊਂਧਾ ਹੈ, ਭਾਂਡਾ ਮੂੰਦਾ ਮਾਰਿਆ ਹੋਇਆ ਹੈ। ਭਾਂਡੇ ਨੂੰ ਪਹਿਲਾਂ ਸਿੱਧਾ ਤਾਂ ਕਰਨਾ ਕਰ। ਜਦੋਂ ਸਿੱਧੇ ਕਿਉਂ, ਜੋ ਵਸਤੂ ਕੋਈ ਪਾਣੀ ਹੈ, ਮੂੰਦੇ ਭਾਂਡੇ ਵਿੱਚ ਜੇ ਆਪਾਂ ਭਾਂਡੇ ਨੂੰ ਮੂੰਦਾ ਮਾਰਿਆ ਤਾਂ ਵਸਤੂ ਨਹੀਂ ਪੈ ਸਕਦੀ ਹੈ। ਪਹਿਲਾਂ ਭਾਂਡੇ ਨੂੰ ਸਿੱਧਾ ਰੱਖਣਾ ਪਵੇਗਾ, ਮੁੱਖ ਉਹਦਾ ਖੁੱਲ੍ਹਾ ਹੋਣਾ ਚਾਹੀਦਾ ਹੈ।
फिर उस वस्तु पाई जा सकती है। ऊन दा भांडा, ऊन दा भांडा शरधा तो हीना, शरधा तो हीना पुरुष जिहदे अंदर गुरु के प्रति शरधा नहीं है, भावना नहीं है, वो जिन्नियां मर्जी अरदासां बेनतियां करी जावे तो उहदियां झोलियां नहीं भरनियां। ये सच है गुरु सवारे। पर सिद्ध है भांड, सिद्ध है अमृत पर निहार। जदों हिरदे अंदर शरधा हो गई, भावना पैदा हो गई, फिर भावना रख के शरधा रख के गुरु के चरणों च बेनती कर। तो सतगुरु कहते ने सिखा तू दातां की गल करदा है कि मैनू आह पदार्थ दे दो, आह पदार्थ दे दिओ। कहते सीधे भांडे विच तां शरधा वाले भांडे विच तां परमेश्वर नाम अमृत पा दिंदा है। नाम अमृत पांदा जिहड़ा वो नाम अमृत कदे भी मुकदा नहीं है। कहते वो अपने नेत्रां नाल फिर जीव देखदा, निहार देखदा है। कहते इस करके भांडे नूं सिद्धा करिए। आपां भांडे नूं सिद्धा करना भाव मन च निमरता लिया के शरधा भावना रख के गुरु उत्ते विश्वास रखिए, भरोसा रखिए गुरु उत्ते कि मेरा गुरु मेरे नाल है, गुर मेरा संग सदा है नाले, सिमर सिमर ते सदा संभाले। इंज अपने गुरु नूं चेते कर। तो गुरु नूं चेते करेगा तो गुरु ने बांह पकड़नी है। इस करके कहते भाई तू मन च शरधा रखना कर। सिद्ध समाधि अंतर जाच है, रिद सिद्ध जाच कर है जयकार। सिद्ध लोग समाधियां लाउंदे हन, अंतर ध्यान हुंदे हन। अंतर ध्यान हो के जाचै जाचक बन के मंगते बन के परमेश्वर पासों मंगते ने। तो परमेश्वर अगों की दिंदा है? रिद सिद्ध जाचक कर है जयकार। कहते इस तरह जिस वो रिद सिद्ध जाच रिद्धियां सिद्धियां परमेश्वर पासों मंगते हैं। रिद्धियां सिद्धियां मालक दिंदा है। जदों उन्होंने प्राप्त हो जांदियां ने ना, फिर कर है जयकार। वो परमात्मा की जय जयकार करते हैं। जैसी प्यास होए मन अंतर, तैसो जल दे वह परकार। हुण सतगुरु अगली पंक्ति फिर बख्शिश करते हैं। कहते जिहो जी किसी दे अंदर प्यास हुंदी ना, ओहो जिहा कहते अगों सतगुरु जी ओहो जिहा जल, उस प्रकार का जल उसनूं पीण लई दिंदे ने जिहदी लोड़ होवे। ते जे हुण गुरु सरे प्यास है जिहदे मन दे विच कि गुरु दे प्रति गुरु दे दर्शनां दी प्यास लगी होवे, ते उहनूं फिर सतगुरु अपने दर्शन दीदारे बख्शिश करदे ने। जिहदे अंदर ये प्यास होवे, मन च मंद कर्मी पुरुष होवे कि गुरु के दर ते भी आके मंदा चित्त दा होवे, ते उहनूं गुरु से ओहो जिहा पीण लई पानी परमात्मा दे दिंदा है। ते भाव जिहो जी भावना हुंदी है, ओहो जी गुरु सुर अगों सतगुर के दर तो परमेश्वर के दर तो वो दात मिल जाती है। तो पातशाह कहते जैसी प्यास होए मन अंतर, जिहो जी मन विच प्यास होवे ना, सो जल देव है। वो जल परमात्मा दिंदा है, भाव वो दातां दिंदा है। उस प्रकार की दात परमेश्वर के दर तो मिल जाती है। बड़े भाग गुर सेवह अपना, भेद नाही गुरदेव मुरार। अगली पंक्ति पातशाह बचन करते हैं कि बड़े भाग गुर सेव है अपना। जिहड़ा गुरु नूं सेवना, गुरु नूं चेते करना ना, असल विच ये वड्डियां भागां दी निशानी है। एवें नहीं गुरु की संगत प्राप्त होंदी है, एवें नहीं बाणी पढ़ी जाती है, एवें नहीं सेवा सिमरन होंदा है। कहते जदों गुरु कृपा परमेश्वर कृपा करदा ना, तो उदों फिर कहते ये सेवा होंदी है, गुरु अपने चरणों नाल जोड़दा है। कहते भेद नाही गुरदेव मुरार। एक गल याद रखियो, ए दुनिया दे लोगो, गुरदेव गुरु दे विच ते मुरार अर्थ है परमेश्वर दा। मुरार नाम है परमेश्वर दा, जिहड़ा मुर इत्यादक दैंतां नूं मारन वाला, बुराई नूं मारन वाला, उहनूं कहंदे मुरार। कहंदे इस तरह परमेश्वर विच ते गुरदेव विच किसी प्रकार का फर्क नहीं है।
ताको काल नाही जम जो है, बूझह अंतर शब्द विचार। गुरु साहबान जी बख्शिश करते हैं, ਜਿਹੜੇ ਆਪਣੇ ਅੰਤਰ ਆਤਮਾ ਨੂੰ ਬੁੱਝ ਲੈਂਦੇ ਹਨ, ਸ਼ਬਦ ਦੀ ਵਿਚਾਰ ਨਾਲ ਜੁੜਦੇ ਨੇ, ਸ਼ਬਦ ਦੀ ਵਿਚਾਰਧਾਰਾ ਦੁਆਰਾ ਆਪਣੇ ਜੀਵਨ ਨੂੰ ਬਤੀਤ ਕਰਦੇ ਨੇ, ਤਾਂ ਕੋ ਕਾਲ ਨਾਹੀ ਜਮ, ਜੋ ਨੂੰ ਫਿਰ ਕਾਲ ਖੋ ਨਹੀਂ ਸਕਦਾ, ਜਮ ਨੂੰ ਡਰਾ ਨਹੀਂ ਸਕਦੇ ਹਨ। ਉਹ ਬੇਪਰਵਾਹ ਹੋ ਜਾਂਦੇ, ਉਹਨਾਂ ਨੂੰ ਪਤਾ ਹੈ ਕਿ ਮੌਤ ਅੱਜ ਨਹੀਂ ਤਾਂ ਕੱਲ੍ਹ ਨੂੰ ਆਉਣੀ ਹੈ, ਫਿਰ ਮੌਤ ਤੋਂ ਡਰਨਾ ਕੀ ਹੈ। ਤੇ ਇਸ ਤਰ੍ਹਾਂ ਬੇਪਰਵਾਹ ਹੋ ਕੇ ਮਾਲਕ ਦੇ ਰੰਗ ਵਿੱਚ ਭੇਦ ਹੋ ਕੇ ਇਸ ਤਰ੍ਹਾਂ ਸੰਸਾਰ ਵਿੱਚ ਵਿਚਰਦੇ ਹਨ। ਅਬ ਤਬ ਅਬਰ ਨ ਮੰਗੋ ਹਰ ਪਹਿ, ਨਾਮ ਨਿਰੰਜਨ ਦੀਜੈ ਪਿਆਰ। ਗੁਰੂ ਸਾਹਿਬਾਨ ਜੀ ਅਖੀਰਲੀ ਪੰਕਤੀ 'ਚ ਬਖਸ਼ਿਸ਼ ਕਰਦੇ ਨੇ, ਕਹਿੰਦੇ ਐ ਭਾਈ ਆਪਣੇ ਪ੍ਰਭੂ ਪਾਸੋਂ, ਗੁਰੂ ਪਾਸੋਂ ਅਬ ਤਬ ਹੋਰ ਦਾਤਾ ਨਾ ਅਬ ਮੰਗਣਾ ਕਰ, ਕੇਵਲ ਤੇ ਕੇਵਲ ਇਹੀ ਮੰਗਣਾ ਕਰ ਕਿ ਪ੍ਰਮਾਤਮਾ ਨਾਮ ਨਿਰੰਜਨ ਦੀਜੈ ਪਿਆਰ, ਕਿ ਹੈ ਹਰੀ ਵਾਹਿਗੁਰੂ ਸਾਨੂੰ ਆਪਣੇ ਦਰੋਂ ਆਪਣਾ ਨਾਮ ਦੇਣਾ ਕਰ। ਤੇਰਾ ਨਾਮ ਨਿਰੰਜਨ ਮਾਇਆ ਦੀ ਕਾਲਖ ਤੋਂ ਰਹਿਤ ਹੈ, ਤੇਰੇ ਨਾਮ ਨੂੰ ਮਾਇਆ ਦੀ ਕਾਲਖ ਪੋਹ ਨਹੀਂ ਸਕਦੀ ਹੈ। ਇਹ ਪਰਮਾਤਮਾ ਸਾਨੂੰ ਆਪਣਾ ਨਾਮ ਦੇ, ਸਾਡੇ ਹਿਰਦੇ ਅੰਦਰ ਆਪਣੇ ਨਾਮ ਦੇ ਪ੍ਰਤੀ, ਆਪਣੇ ਪ੍ਰਤੀ ਪਿਆਰ ਪੈਦਾ ਕਰਨਾ ਕਰ। ਨਾਨਕ ਚਾਤ੍ਰਿਕ ਅੰਮ੍ਰਿਤ ਜਲ ਮੰਗੈ, ਹਰ ਜਸ ਦੀਜੈ ਕਿਰਪਾ ਧਾਰ। ਨਾਨਕ ਗੁਰੂ ਜੀ ਉਚਾਰਨ ਕਰਦੇ ਹਨ, ਨਾਨਕ ਚਾਤ੍ਰਿਕ, ਨਾਨਕ ਕੀ ਹੈ, ਕਹਿੰਦੇ ਚਾਤ੍ਰਿਕ ਪਪੀਹੇ ਦੀ ਨਿਆਈ ਹੈ। ਜਿਵੇਂ ਪਪੀਹਾ ਪੰਛੀ ਸਵੰਤੀ ਬੂੰਦ ਨੂੰ ਲੋਚਦਾ ਹੈ, ਇਸੇ ਤਰ੍ਹਾਂ ਨਾਨਕ ਪਪੀਹੇ ਦੀ ਨਿਆਈ, ਹੇ ਪਰਮਾਤਮਾ ਤੇਰੇ ਦਰ ਤੋਂ ਅੰਮ੍ਰਿਤ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਨਾਮ ਜਲ ਮੰਗਦਾ ਏ। ਨਾਨਕ ਨੂੰ ਨਾਮ ਜਲ ਦੇਣਾ ਕਰ। ਹਰ ਦੀਜੈ, ਹਰ ਜਸ ਦੀਜੈ ਕਿਰਪਾ ਧਾਰ। ਇਹ ਕਿਰਪਾ ਕਰ, ਕਿਰਪਾ ਦੇ ਸਮਰੱਥ ਸਤਿਗੁਰੂ ਜੀ ਸਾਡੇ ਉੱਤੇ ਕਿਰਪਾ ਕਰਕੇ, ਰਹਿਮਤ ਕਰਕੇ ਸਾਨੂੰ ਆਪਣੇ ਦਰੋਂ ਹਰੀ ਦਾ ਜਸ ਦੇਣਾ ਕਰੋ, ਵਡਿਆਈ ਦੇਣਾ ਕਰੋ, ਤਾਂ ਕਿ ਅਸੀਂ ਸਾਸ ਗਰਾਸ ਦੁਆਰਾ ਆਪ ਜੀ ਦਾ ਨਾਮ ਜਪਦੇ ਰਹੀਏ। ਇਹ ਗੁਰੂ ਸਵਾਰਿਓ ਸਤਿਗੁਰੂ ਮਹਾਰਾਜ ਨੇ ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ। ਦਾਸ ਤੋਂ ਬੋਲਦਿਆਂ ਤੋਂ ਇੱਕ ਨਹੀਂ